ਹਾਂਜੀ ਨਮਸਕਾਰ। ਅੱਜ ਫੇਰ ਭਾਰਤ ਦਾ ਇੱਕ ਬੜਾ ਹਰਮਨ ਪਿਆਰਾ ਐਕਟਰ ਰਿਸ਼ੀ ਕਪੂਰ ਚੱਲ ਵਸਿਆ। 67 ਸਾਲ ਦਾ ਰਾਜ ਕਪੂਰ ਸਾਹਿਬ ਦਾ ਪੋਤਾ ਤੇ ਸਾਡੀ ਜਵਾਨੀ ਦੇ ਵੇਲੇ ਦੀ ਉਮਰ ਦੇ ਵਿੱਚ ਜਿਹੜੇ ਰੋਮਾਂਸ ਦੇ ਭਰੇ ਹੋਏ ਹਾਰਮੋਨਸ ਵਾਲੇ ਸਰੀਰ ਦੇ ਵਿੱਚ ਬੌਬੀ ਫਿਲਮ ਦਾ ਆਹਾ ਕਿਆ ਰੋਮਾਂਟਿਕ ਹੀਰੋ, ਉਹ ਵੀ 2-3 ਸਾਲਾਂ ਦੇ ਕੈਂਸਰ ਦੇ ਨਾਲ ਉਹਦੇ ਵਿੱਚ ਜਿਉਣ ਦੀ ਕੋਸ਼ਿਸ਼ ਕਰਦਾ ਕਰਦਾ ਅੱਜ ਜ਼ਿੰਦਗੀ ਉਹਦੀ ਕੰਪਲੀਟ ਹੋ ਗਈ। ਭਾਈ ਜ਼ਿੰਦਗੀ ਦਾ ਜਿਹੜਾ ਹੈ ਨਾ, ਬਣਨਾ ਵਧਣਾ ਟੁੱਟਣਾ, ਇਹ ਇੱਕ ਸਾਈਕਲ ਆਫ ਲਾਈਫ ਵੀ ਹੈ, ਮੈਜਿਕ ਆਫ ਲਾਈਫ ਵੀ ਹੈ। ਉਸ ਮੈਜਿਕ ਆਫ ਲਾਈਫ ਦੇ ਚੱਕਰ ਦੇ ਵਿੱਚ ਨਾ ਅੱਜ ਮੈਨੂੰ ਤੁਹਾਡੀ ਥੋੜ੍ਹੀ ਜਿਹੀ ਮਦਦ ਦੀ ਜ਼ਰੂਰਤ ਹੈ। ਮੈਂ ਉਹਦੇ ਲਈ ਮੈਨੂੰ ਖੜੇ ਹੋਣਾ ਪੈਣਾ ਹੈ ਕਿ ਇਹ ਮੇਰੇ ਕੋਲ ਖਾਲੀ ਕੈਨਵਸ ਹੈ। ਇਸ ਖਾਲੀ ਖਲਾ ਦੇ ਵਿੱਚ ਮੈਨੂੰ ਲੋੜ ਹੈ ਕਿ ਤੁਸੀਂ ਇੱਕ ਕੁਝ ਚਿੱਤਰਕਾਰੀ ਕਰੋ, ਕੁਝ ਉਹਦੇ 'ਚ ਵਾਹੋ, ਕੋਈ ਜ਼ਿੰਦਗੀ ਨੂੰ ਜਨਮ ਦਿਓ। ਸੋ ਇੰਝ ਕਰੋ, 2-3 ਸਕਿੰਟ ਹਵਾ ਦੇ ਵਿੱਚ ਆਪਣੇ ਮਨ ਦੇ ਨਾਲ ਕੋਈ ਚਿੱਤਰ ਵਾਹੋ। ਹਾਂਜੀ, ਤੁਸੀਂ ਇਹ ਡਰਾਇੰਗ ਕੀਤੀ ਹੈ, ਇਹਨੂੰ ਹੁਣ ਆਪਣੀ ਤਲੀ 'ਤੇ ਰੱਖ ਕੇ ਮੇਰੇ ਵੱਲ ਫੂਕ ਮਾਰ ਕੇ ਭੇਜੋ। ਪੁੱਜ ਗਈਆਂ ਤੁਹਾਡੀਆਂ ਡਰਾਇੰਗਸ। ਆਹ ਵੇਖੋ ਡਰਾਇੰਗਸ ਤੁਹਾਡੀਆਂ ਪੁੱਜ। ਓਏ ਪਰ ਇਹ ਤੁਸੀਂ ਕੀ ਕੀਤਾ? ਤੁਸੀਂ ਇਸ ਜ਼ਿੰਦਗੀ ਵਿੱਚ ਰੰਗ ਤੇ ਹਾਲੀ ਭਰੇ ਹੀ ਨਹੀਂ। ਫਿਰ ਇਹਨੂੰ ਜਰਾ ਇੱਕ ਫੇਰ ਕਰੋ ਮੇਰੇ ਨਾਲ ਜਾਦੂ। ਜਿਸ ਜ਼ਿੰਦਗੀ ਦੇ ਰੰਗ ਭਰੋ, ਭਰੇ ਤਲੀ 'ਤੇ ਰੱਖ ਕੇ ਮੇਰੇ ਵੱਲ ਭੇਜੋ। ਇਹ ਜ਼ਿੰਦਗੀ ਦੇ ਰੰਗ, ਇਹ ਤੁਸੀਂ ਮੈਨੂੰ ਜ਼ਿੰਦਗੀ ਦੇ ਰੰਗਾਂ ਦੀ ਕੀਤੀ। ਪਰ ਇਹ ਰੰਗਾਂ ਨੇ ਹੌਲੀ ਹੌਲੀ ਫਿਰ ਫੇਡ ਹੋਣਾ ਸ਼ੁਰੂ ਹੋ ਜਾਣਾ, ਅਤੇ ਫਿਰ ਖਲਾ, ਫਿਰ ਸ਼ੁਰੂਆਤ, ਫਿਰ ਖਲਾ। ਔਰ ਰਿਸ਼ੀ ਕਪੂਰ ਦੇ ਕੁਝ ਇੰਝ ਦੀ ਹੋਈ ਗੱਲਾਂ ਬਾਤਾਂ ਫਿਲਾਸਫੀ ਦੀਆਂ ਹੁੰਦੀਆਂ। ਹੁਣ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਕਿ ਵੀ ਇਹ ਜਿਹੜਾ ਅਸੀਂ ਆਪਣਾ ਬੁਢੇਪਾ ਜਾਂ ਸਿਹਤ ਰੱਖਣੀ ਚਾਹੁੰਦੇ ਹਾਂ, ਉਹ ਵੈਸੇ ਤਾਂ ਸਾਰੀ ਉਮਰ ਦੇ ਪੜਾਵਾਂ ਦੇ ਵਿੱਚ ਹੀ ਜ਼ਰੂਰੀ ਹੈ, ਪਰ ਕਿਉਂਕਿ ਸਾਡਾ ਸਬਜੈਕਟ ਜ਼ਿਆਦਾ ਏਜਿੰਗ ਦਾ ਵੈ, ਬੁਢੇਪੇ ਦਾ ਵੈ, ਸੋ ਇਸ ਲਈ ਇਹ ਬੁਢੇਪੇ ਦੇ ਮਾਮਲੇ ਵਿੱਚ ਅਸੀਂ ਕੀ ਕਰ ਸਕਦੇ ਹਾਂ, ਉਹ ਕੱਲ੍ਹ ਮੈਂ ਇੰਟਰੋਡਿਊਸ ਕੀਤੀ ਸੀ ਕਿ ਵੀ ਬੇਸਿਕਲੀ 4 ਕੈਟੇਗਰੀਜ਼ ਦਾ ਮੇਜਰ ਅਪਰੋਚਿਸ। ਉਹਨਾਂ 'ਚੋਂ ਜਿਹੜੀ ਸਭ ਤੋਂ ਪਹਿਲੀ ਹੈ ਉਹ ਅੱਜ ਜਿਹਨੂੰ ਅਸੀਂ ਡਿਸਕਸ ਕਰਨਾ ਚਾਹੁੰਦੇ ਹਾਂ, ਬਾਇਓਮੈਡੀਕਲ ਅਪਰੋਚ। ਕਿ ਮੈਡੀਕਲ ਸਾਇੰਸਿਸ ਵਾਲੇ ਡਾਕਟਰਸ ਖਾਸ ਕਰਕੇ ਉਹ ਕੀ ਕਰਦੇ ਨੇ। ਹਾਂਜੀ, ਅਤੇ ਉਹਦਾ ਨਾਮ ਹੈ ਰੱਖਿਆ ਹੋਇਆ ਵੈਸੇ ਪੀਸ ਮੀਲ ਰੈਮਡੀਜ਼। ਕਿ ਪੀਸ ਮੀਲ ਦੀ ਫਿਰ ਮੈਨੂੰ ਪੰਜਾਬੀ ਦਾ ਢੁਕਵਾਂ ਲਫ਼ਜ਼ ਨਹੀਂ ਮਿਲ ਰਿਹਾ, ਉਹ ਮੈਂ ਡਿਕਸ਼ਨਰੀਆਂ ਲੱਭੀਆਂ ਅਤੇ ਉਹ 'ਚ ਕਹਿੰਦੇ ਟੁਕੜੇ ਨਹੀਂ, ਪਰ ਇਹ ਹੁੰਦਾ ਵੀ ਜਿਹੜੀ ਚੀਜ਼ ਜਿੰਨੀ ਕੁ ਖਰਾਬ ਹੋਈ ਹੈ ਉਹਨੂੰ ਠੀਕ ਕਰੋ, ਅਤੇ ਫਿਰ ਜਦੋਂ ਕੋਈ ਦੂਜੀ ਹੋਏਗੀ ਉਹਨੂੰ ਕਰ ਲਾਂਗੇ। ਹਾਂਜੀ, ਜੋ ਖਰਾਬ ਹੋਇਆ ਇਹਨੂੰ ਪੀਸ ਮੀਲ ਰੈਮਡੀ ਕਹਿੰਦੇ। ਕੰਮ ਚਲਾਊ ਡੰਗ ਟਪਾਊ, ਉਹਦੇ ਫਾਇਦੇ ਬੜੇ ਹੋ ਸਕਦੇ ਨੇ ਕਾਫੀ ਲੰਬੇ ਦੇਰ ਤੱਕ ਵੀ, ਛੋਟੇ ਵੀ, ਪਰ ਇਹਦੇ ਪਿੱਛੇ ਫਿਰ ਉਹੀ ਸਾਇੰਸ ਦੀ ਫਿਲਾਸਫੀ ਆਉਂਦੀ ਹੈ ਕਿ ਬੋਡੀ ਐਜ਼ ਏ ਮਸ਼ੀਨ, ਕਿ ਵੱਖ-ਵੱਖ ਟੋਟਿਆਂ ਦਾ ਵੱਖ-ਵੱਖ ਤਰੀਕਿਆਂ ਨਾਲ ਬਣੀ ਹੋਈ ਇੱਕ ਮਸ਼ੀਨ ਹੈ, ਜਿਹਦਾ ਜਿਹੜਾ ਜੇ ਕੋਈ ਹਿੱਸਾ ਖਰਾਬ ਹੋ ਗਿਆ ਅਤੇ ਉਹਨੂੰ ਤੁਸੀਂ ਕੱਢ ਕੇ ਬਦਲ ਲਓ ਜਾਂ ਕੁਝ ਕਰੋ ਅਤੇ ਫਿਰ ਮਸ਼ੀਨ ਕੰਮ ਕਰਦੀ ਜਾਏਗੀ। ਅਤੇ ਇੰਝ ਜੇ ਕਰੀ ਜਾਵੋਗੇ ਉਸ ਮਸ਼ੀਨ ਦੇ ਨਾਲ ਅਤੇ ਉਹ ਅਨੰਤ ਕਾਲ ਤੱਕ ਚੱਲ ਸਕਦੀ ਹੈ। ਹਾਲੀ ਵੀ ਤੁਹਾਨੂੰ 1910 ਦੀਆਂ ਬਣੀਆਂ ਹੋਈਆਂ, 1905 ਦੀਆਂ ਬਣੀਆਂ ਕਾਰਾਂ ਜਿਨ੍ਹਾਂ ਦੀ ਸਾਂਭ ਸੰਭਾਲ ਕੀਤੀ ਹੁੰਦੀ ਹੈ, ਉਹ ਚੱਲਦੀਆਂ ਨੇ। ਹਾਂਜੀ, ਪਰ ਉਹ ਇੱਕ ਮਸ਼ੀਨ ਦਾ ਜਿਹੜਾ ਮੈਟਾਫਰ ਹੈ ਨਾ, ਉਹ ਮਸ਼ੀਨਾਂ ਜਿੰਨਾ ਅਸੀਂ ਖੁਦ ਬਣਾਈਆਂ ਉਹਦੇ 'ਤੇ ਚੱਲਦਾ, ਕਿਉਂਕਿ ਉਹਦੇ ਇੱਕ ਹਿੱਸੇ ਦਾ, ਪੁਰਜ਼ੇ ਦਾ ਇੱਕ ਖਾਸ ਮੰਤਵ ਹੈ ਕਿ ਉਹ ਇਸ ਕੰਮ ਲਈ ਹੋਵੇ, ਅਤੇ ਜੇ ਉਹ ਖਰਾਬ ਹੁੰਦਾ ਹੋਵੇ ਅਤੇ ਉਹਦੇ ਤੇ ਦੂਜਾ ਪਾ ਦਿਓ ਅਤੇ ਉਹ ਮੰਤਵ ਪੂਰਾ ਹੋ ਜਾਂਦਾ। ਪਰ ਜਿਹੜੀ ਇਹ ਬਾਇਓਲੋਜੀ ਦੀ ਸਟਰਕਚਰ ਹੈ, ਜੀਵ ਹੈ, ਇਹਦੀ ਮਸ਼ੀਨ ਦੀ ਜਿਹੜੀ ਹੈ, ਇਹਦਾ ਮੈਟਾਫਰ ਹੁਣ ਨਹੀਂ ਚੱਲਦਾ। ਕਿਸੇ ਮਾਮਲੇ ਤੱਕ ਚੱਲਦਾ ਸੀ, ਪਰ ਇਹ ਕਿਉਂਕਿ ਜ਼ਿਆਦਾ ਕੰਪਲੈਕਸ ਹੈ, ਇਹ ਇੱਕ ਦੂਜੇ ਨੂੰ ਕੰਪਨਸੇਟ ਕਰਦੀ ਹੈ। ਬੜੀ ਗੱਲਾਂ ਫਿਰ ਬਾਰ-ਬਾਰ ਰਿਪੀਟ ਹੋਣਗੀਆਂ, ਪਰ ਇਹ ਜਿਹੜੀ ਅੱਜ ਦੀ ਮੇਨ ਕੈਟੇਗਰੀ ਦੀ ਗੱਲ ਕਰਨਾ ਚਾਹੁੰਦਾ ਕਿ ਪੀਸ ਮੀਲ ਰੈਮਡੀਜ਼, ਕਿ ਜਿਹੜੀ ਚੀਜ਼ ਖਰਾਬ ਹੋਈ ਹੈ ਜਾਂ ਸਾਨੂੰ ਕੋਈ ਦਿੱਕਤ ਦੇ ਰਹੀ ਹੈ, ਉਹ ਫਿਰ ਬਾਇਓਮੈਡੀਕਲ ਤਰੀਕੇ ਨਾਲ ਡਾਕਟਰਾਂ ਦੇ ਰਾਏ ਦੇ ਨਾਲ ਅਸੀਂ ਉਹਨੂੰ ਕਰਦੇ ਹਾਂ। ਉਹ ਵੱਡੇ ਓਪਰੇਸ਼ਨ ਵੀ ਕੀਤੇ ਜਾ ਸਕਦੇ ਨੇ ਕਿ ਜੇ ਕੋਈ ਟਿਊਮਰ ਪੈਦਾ ਹੋ ਗਿਆ ਜਾਂ ਕੋਈ ਚੀਜ਼, ਈਵਨ ਕੈਂਸਰ ਹੋਏ ਨੇ, ਅਤੇ ਉਹਨਾਂ ਨੂੰ ਓਪਰੇਸ਼ਨ ਨਾਲ ਵੱਢ ਦਿਓ, ਕੱਟ ਦਿਓ। ਜਿਵੇਂ ਬ੍ਰੈਸਟ ਕੈਂਸਰ ਦਾ ਬੜਾ ਕਾਮਨ ਇਲਾਜ ਇਹੀ ਕਈ ਵਾਰ ਕਰ ਦਿੱਤਾ ਜਾਂਦਾ ਕਿ ਉੱਥੇ ਉਹਦਾ ਓਪਰੇਸ਼ਨ ਨਾਲ ਕੱਟ ਦਿਓ। ਇੰਝ ਹੀ ਜਿਹੜੀਆਂ ਓਪਰੇਸ਼ਨਾਂ ਦੇ ਨਾਲ ਕੋਈ ਚੀਜ਼ਾਂ ਟੁੱਟੀਆਂ ਨੇ, ਜੇ ਇੱਥੇ ਗੋਡਿਆਂ ਦੀ ਝਿੱਲੀ ਦੇ ਵਿੱਚ ਕੁੱਟ ਆਇਆ ਅਤੇ ਉਹਨੂੰ ਵੀ ਜੋੜਿਆ ਜਾ ਸਕਦਾ ਵੈ। ਫਿਰ
ਉਸ ਤੋਂ ਅਗਲੀ ਗੱਲ ਆਉਂਦੀ ਹੈ ਫਿਰ ਬਈ ਜਿਹੜੇ ਨੇ ਚੀਜ਼ਾਂ ਨੂੰ ਰਿਮੂਵ ਕਰਨਾ, ਬਈ ਰਿਪਲੇਸਮੈਂਟ ਕਰਨੀ, ਉਹਦੀ ਬਹੁਤ ਟੈਕਨੋਲੋਜੀ ਹੈ। ਹਾਂਜੀ, ਕਿ ਚੰਗੇ ਮਟੀਰੀਅਲ ਨਾਲ ਕਿ ਗੋਡੇ ਨੂੰ ਰਿਪਲੇਸ ਕਰਨਾ ਬੜਾ ਕਾਮਨ ਹੀ ਹੋਇਆ ਪਿਆ। ਟਰਾਂਸਪਲਾਂਟ ਕਰਨੀਆਂ ਚੀਜ਼ਾਂ, ਜਿਹੜੇ ਔਰਗਨ ਟਰਾਂਸਪਲਾਂਟ ਕਰਦੇ ਨੇ, ਹਾਰਟ ਕਰਨਾ, ਕਿਡਨੀ ਕਰਨੇ, ਲਿਵਰ ਕਰਨਾ, ਹਾਂਜੀ, ਇਹਦੇ ਈਵਨ ਲੰਗਸ ਨੂੰ ਕਰਨਾ, ਇਹ ਸਾਰੀਆਂ ਬਾਇਓਮੈਡੀਕਲ ਅਪਰੋਚਸ ਹੈ ਬੜੀਆਂ ਪਾਵਰਫੁਲ। ਇਹ ਜਿਹੜੀ ਪਿਛਲੇ ਜਿੰਨੇ ਸੌ ਸਾਲਾਂ ਵਿੱਚ ਤਕਨੀਕਾਂ ਵਧੀਆਂ ਨੇ, ਇਹਨਾਂ ਨੇ ਬੜਾ ਸਾਡੀ ਉਮਰ ਦੀ ਲੰਬਾਈ ਵਧਾਉਣ 'ਚ ਵੀ ਮਦਦ ਕੀਤੀ ਹੈ। ਹਾਂਜੀ, ਪਰ ਇਹਦੇ ਵਿੱਚ ਇਹਨੂੰ ਅਸੀਂ ਕਹਿੰਦੇ ਇਹੀ ਹਾਂ ਕਿ ਪੀਸ ਮੀਲ, ਕਿ ਜਿਹੜੀ ਚੀਜ਼ ਖਰਾਬ ਹੋਈ, ਜੇ ਮੇਰਾ ਦਿਲ ਖਰਾਬ ਹੋਇਆ ਤੇ ਉਹਦਾ ਤੇ ਬਾਈਪਾਸ ਆਪਰੇਸ਼ਨ ਤੇ ਇਹ ਕੁਝ ਹੋਏਗਾ, ਪਰ ਉਹਦੇ ਨਾਲ ਹੀ ਕੋਈ ਦੂਜਾ ਔਰਗਨ ਵੀ ਤੇ ਸ਼ਾਇਦ ਖਰਾਬ ਹੋ ਰਿਹਾ, ਪਰ ਉਹਨੇ ਸਾਨੂੰ ਕਿਉਂਕਿ ਹਾਲੀ ਤਕਲੀਫ ਨਹੀਂ ਦਿੱਤੀ ਤੇ ਸਾਡੇ ਡਾਕਟਰ ਨੇ ਉਹਨੂੰ ਡਾਇਗਨੋਜ਼ ਵੀ ਨਹੀਂ ਕੀਤਾ ਤੇ ਸਾਨੂੰ ਸਪੈਸ਼ਲਿਸਟ ਕੋਲ ਨਹੀਂ ਭੇਜਿਆ। ਇਹ ਫਿਰ ਸਪੈਸ਼ਲਾਈਜੇਸ਼ਨ ਸ਼ੁਰੂ ਹੁੰਦੀਆਂ ਨੇ ਕਿ ਜਿਹੜਾ ਕੰਮ ਕਾਰਡੀਓਲੋਜਿਸਟ ਕਰਦਾ ਵੈ ਉਹ ਨੈਫਰੋਲੋਜਿਸਟ ਕਿਡਨੀ ਵਾਲਾ ਨਹੀਂ ਕਰ ਸਕਦਾ। ਹਾਂਜੀ, ਪਰ ਉਹ ਕਿਡਨੀ ਵਾਲਾ ਕਿਡਨੀ ਤਾਂ ਠੀਕ ਆਪਰੇਸ਼ਨ ਕਰ ਲੇਗਾ ਜਾਂ ਟਰਾਂਸਪਲਾਂਟੇਸ਼ਨ ਕਰ ਲੇਗਾ, ਪਰ ਉਹਦਾ ਜੋ ਹਾਰਟ ਦੀ ਸਪੀਡ ਆਫ ਏਜਿੰਗ ਤੇ ਚੱਲ ਰਿਹਾ, ਜੋ ਕੋਈ ਦਿਲ 'ਚ ਵਾਪਰਿਆ, ਉਹਦੇ 'ਤੇ ਉਹਦਾ ਕੋਈ ਅਸਰ ਨਹੀਂ। ਸੋ ਇਹ ਜਿਹੜੀ ਬਾਇਓਮੈਡੀਕਲ ਸਿਸਟਮ ਹੈ ਨਾ, ਜਿਵੇਂ ਮੈਂ ਪਹਿਲੇ ਵੀ ਕਿਹਾ, ਹੈ ਤੇ ਬੜਾ ਹੀ ਪਾਵਰਫੁਲ ਤੇ ਇਹਨੇ ਲੱਖਾਂ ਕਰੋੜਾਂ ਲੋਕਾਂ ਦੀ ਜਾਨਾਂ ਬਚਾਈਆਂ ਨੇ। ਪਰ ਇਹਨਾਂ ਸਿਸਟਮਸ ਦਾ ਕੋਈ ਏਜਿੰਗ ਦੇ ਪ੍ਰੋਸੈਸ ਉੱਤੇ ਫਰਕ ਕੋਈ ਜ਼ਿਆਦਾ ਨਹੀਂ ਪੈਂਦਾ। 2-4 ਸਾਲ ਦੇ ਉਮਰ ਦੇ ਵਿੱਚ ਫਾਇਦਾ ਹੁੰਦਾ ਜਾਂ ਕਈ ਵਾਰ ਲੰਬਾ ਵੀ ਹੋ ਸਕਦਾ ਵੈ, ਪਰ ਜਿਹੜਾ ਬੁਢੇਪੇ ਦੀ ਰੇਟ ਆਫ ਏਜਿੰਗ ਹੈ ਨਾ, ਜਿਹੜੀਆਂ ਤਬਦੀਲੀਆਂ ਹੋ ਰਹੀਆਂ ਨੇ, ਉਹਨਾਂ ਉੱਤੇ ਬਹੁਤ ਹੀ ਛੋਟਾ ਜਿਹਾ ਫਰਕ ਪੈਂਦਾ ਕਿ ਹਾਂ ਤੁਹਾਡੇ ਬਾਈਪਾਸ ਆਪਰੇਸ਼ਨ ਹੋ ਗਿਆ, ਪਰ ਉਹਨਾਂ ਬੁਢੇਪਾ ਨਹੀਂ ਰੁਕਣਾ। ਹਾਂਜੀ, ਉਹ ਬੁਢੇਪਾ ਫਿਰ ਵੀ ਚੱਲ ਰਿਹਾ ਅੰਦਰ ਦੇ ਪ੍ਰੋਸੈਸ ਦਾ, ਜਿਹਦੇ ਬੜੇ ਫਿਰ ਕੰਪਲੈਕਸ ਕਾਰਨ ਨੇ। ਕੁਝ ਦੋਸਤ ਹਾਲੀ ਵੀ ਉਹਦੇ ਬਾਰੇ ਜ਼ਿਆਦਾ ਸਮਝਣਾ ਚਾਹੁੰਦੇ ਨੇ ਕਿ ਉਹ ਕਿਉਂ ਹੋਈ ਤੁਰੀ ਜਾਂਦਾ, ਉਹਦੀਆਂ ਗੱਲਾਂ ਦਾ ਮੌਕਾ ਮਿਲੇਗਾ ਫਿਰ ਕਰਾਂਗੇ। ਫਿਰ ਇਹਨਾਂ ਚੀਜ਼ਾਂ ਵਿੱਚ ਲੇਟੈਸਟ ਜਿਹੜੀ ਚੱਲ ਰਹੀ ਹੈ, ਇੱਕ ਤਾਂ ਪੁਰਾਣਾ ਉਹੀ ਸਿਸਟਮ ਸੀ ਜਿਹੜਾ 200 ਸਾਲ ਤੋਂ ਚੱਲ ਰਿਹਾ, ਫਿਰ ਸਾਇੰਸ ਦੀਆਂ ਬੜੀਆਂ ਵੱਡੀਆਂ ਨਵੀਆਂ ਖੋਜਾਂ ਨਾਲ, ਤੁਸੀਂ ਸਭ ਨੇ ਸ਼ਾਇਦ ਸੁਣਿਆ ਹੋਵੇਗਾ ਸਟੈਮ ਸੈੱਲ ਥੈਰੇਪੀਜ਼, ਕਿ ਸਟੈਮ ਸੈੱਲਸ ਸਾਡੇ ਸਰੀਰ 'ਚ ਉਹ ਸੈੱਲ ਹੁੰਦੇ ਨੇ, ਹਰ ਔਰਗਨ ਦੇ ਵਿੱਚ ਥੋੜ੍ਹਾ ਉਹਨਾਂ 'ਚ ਫਰਕ ਹੁੰਦਾ ਕਿ ਜਿਨ੍ਹਾਂ ਤੋਂ ਕੋਈ ਵੀ ਨਵਾਂ ਸੈੱਲ ਬਣਾ ਸਕਦੇ। ਅਲਟੀਮੇਟ ਜਿਹੜਾ ਸਟੈਮ ਸੈੱਲ ਹੈ, ਜਿਵੇਂ ਉਹ ਪਹਿਲਾ ਜ਼ਾਈਗੋਟ, ਜਦੋਂ ਸਪਰਮ ਤੇ ਐਗ ਬਣਦਾ ਹੈ ਤੇ ਉਹ ਇੱਕ ਸੈੱਲ ਹੀ ਹੁੰਦਾ, ਉਹਨੂੰ ਤੁਸੀਂ ਪ੍ਰਾਈਮੋਰਡੀਅਲ ਸਟੈਮ ਸੈੱਲ ਕਹਿ ਸਕਦੇ, ਕਿਉਂਕਿ ਉਹਦੇ ਤੋਂ ਹੀ ਫਿਰ ਸਾਰੇ 200-250 ਕਿਸਮਾਂ ਦੇ ਸੈੱਲ ਤੇ ਗਿਣਤੀ ਦੇ ਵਿੱਚ ਕੋਈ 13 ਕਿ 14 ਖਰਬ ਸੈੱਲ ਸਾਡੇ ਸਰੀਰ 'ਚ ਬਣਦੇ ਨੇ। ਉਹ ਥੈਰੇਪੀਜ਼ ਵੀ ਬੜੀਆਂ ਪਾਵਰਫੁਲ ਨੇ ਕਿ ਜਿੱਥੇ ਕੋਈ ਪ੍ਰੋਬਲਮ ਆਈ ਹੈ, ਖਾਸ ਕਰਕੇ ਜਿਵੇਂ ਪਾਰਕਿੰਸਨ ਦੀ ਡਿਜ਼ੀਜ਼ ਹੈ, ਕੰਪਕਪੀ ਦੀ, ਉਹ ਕਿਉਂਕਿ ਕਈ ਬ੍ਰੇਨ ਦੇ ਸੈੱਲ ਮਰ ਗਏ ਹੁੰਦੇ ਨੇ। ਸੋ ਉੱਥੇ ਜੇ ਸਟੈਮ ਸੈੱਲ ਦਿੱਤੇ ਤੇ ਉਹਨਾਂ ਨੂੰ ਉਸ ਕਿਸਮ ਦੇ ਨਾਲ ਕੈਮੀਕਲ ਪਾਈਆਂ ਉਹਦੇ ਫੂਡ ਰਿਕੁਆਇਰਮੈਂਟਸ ਕਿ ਉਹ ਸਟੈਮ ਸੈੱਲ ਤੋਂ ਦੁਬਾਰਾ ਨਰਵ ਸੈੱਲ ਬਣਨ। ਇਹੀ ਹਾਲ ਸਟੈਮ ਸੈੱਲਾਂ ਤੋਂ ਦੁਬਾਰਾ ਤੁਸੀਂ ਬੋਨ ਸੈੱਲ, ਹੱਡੀ ਦੇ ਸੈੱਲ ਬਣਾ ਸਕਦੇ ਹੋ। ਸਟੈਮ ਸੈੱਲਾਂ ਤੋਂ ਚਮੜੀ ਦੇ ਸੈੱਲ, ਸਟੈਮ ਸੈੱਲਾਂ ਤੋਂ ਹਰ ਚੀਜ਼ ਦਾ ਬਣ ਸਕਦਾ ਥਿਓਰੈਟੀਕਲੀ। ਇਹ ਕੋਈ ਸੌਖਾ ਨਹੀਂ ਹੈ ਵੈਸੇ, ਪਰ ਹੋ ਸਕਦਾ। ਈਵਨ ਪਿਓਰ ਸਟੈਮ ਸੈੱਲ ਲੈ ਕੇ ਇਹ ਪੂਰਾ ਟਰੈਕੀਆ ਵੌਇਸ ਬਾਕਸ ਦੀ ਸਾਡੀ ਉਹ ਨਵੀਂ ਕ੍ਰੀਏਟ ਕੀਤੀ ਗਈ। ਇਹ ਸਟੈਮ ਸੈੱਲਾਂ ਦੀ ਬੜੀ ਪਾਵਰਫੁਲ ਇੰਟਰਵੈਂਸ਼ਨ ਹੈ ਕਿ ਜਿੱਥੇ ਜਿਹੜੀ ਸਿਹਤ ਖਰਾਬ ਹੋ ਚੁੱਕੀ ਹੈ ਉਹਨੂੰ ਰਿਗੇਨ ਕਰਨਾ, ਉਹਨੂੰ ਦੁਬਾਰਾ ਰਿਕਵਰ ਕਰਨਾ, ਉਹਦੇ ਫੰਕਸ਼ਨੈਲਿਟੀ ਨੂੰ। ਇਸ ਲਈ ਅੱਜ ਦਾ ਟਾਈਟਲ ਮੈਂ ਉਹੀ ਕਹਿੰਦਾ ਨਾ, ਅਪਰੋਚਸ ਟੂ ਰੀਗੇਨਿੰਗ ਹੈਲਥ। ਉਹ ਜਿਹੜੀ ਸਾਡੀ ਵਿਗੜ ਗਈ ਗੱਲ ਉਹਨੂੰ ਕਰਨਾ। ਹੁਣ ਇਹਨਾਂ ਚੀਜ਼ਾਂ ਵਿੱਚ ਇਹ ਅਸੀਂ ਕਰਦੇ ਉਦੋਂ ਆ ਜਦੋਂ ਕੰਮ ਕਾਫੀ ਅੱਗੇ ਵੱਧ ਗਿਆ ਹੁੰਦਾ, ਚੱਲ ਗਿਆ ਹੁੰਦਾ। ਉਦੋਂ ਜੇ ਬਈ ਦਿਲ ਦੇ ਵਿੱਚ ਬਾਈਪਾਸ ਦੀ ਪ੍ਰੋਬਲਮ ਸੋਲਵ ਕੀਤੀ ਜਾ ਸਕਦੀ ਹੈ ਜਾਂ ਮੈਨੂੰ ਪ੍ਰੋਬਲਮ ਹੈ, ਪਰ ਉਹ ਤਾਂ ਕੀਤੀ ਜਾ ਸਕਦੀ, ਪਰ ਬਾਕੀ ਵੀ ਤਾਂ ਹਿੱਸੇ ਜਾ ਰਹੇ ਨੇ ਨਾ ਖਰਾਬ। ਸੋ ਅਸਲ ਵਿੱਚ ਤੇ ਇਸ ਕਿਸਮ ਦੀ ਪੀਸ ਮੀਲ ਵੀ ਥੋੜ੍ਹੀ ਜਿਹੀ ਪਹਿਲੋਂ ਹੋਣੀ ਚਾਹੀਦੀ ਹੈ, ਪਰ ਉਹਦਾ ਬੜਾ ਮੁਸ਼ਕਲ ਕੰਮ ਹੈ ਕਿ ਵੀ ਹਰ 10 ਸਾਲ ਬਾਅਦ ਜੇ ਮੈਨੂੰ ਕੋਈ ਨਵਾਂ ਦਿਲ ਮੇਰੇ 'ਚ ਮਿਲ ਜਾਵੇ ਅਤੇ ਉਹ ਜਿਹੜੇ 10 ਸਾਲ ਦੇ ਉਹਦਾ ਬੁਢੇਪਾ ਆਇਆ ਵਾ ਉਹ ਖ਼ਤਮ ਹੋ ਗਿਆ। ਹਾਂਜੀ, ਫਿਰ ਤੁਸੀਂ ਦੁਬਾਰਾ ਸ਼ੁਰੂ ਹੋ ਗਏ। ਪਰ ਉਹ ਸਰੀਰ ਦੇ ਇੰਨੀ ਤਰ੍ਹਾਂ ਦੇ ਸੈੱਲ ਨੇ, ਇੰਨੀ ਤਰ੍ਹਾਂ ਦੇ ਔਰਗਨਸ ਨੇ ਕਿ ਉਹ ਪੀਸ ਮੀਲ ਰੈਮਡੀਜ਼ ਚੱਲਦੀਆਂ ਤਾਂ ਹੈਗੀਆਂ ਨੇ, ਪਰ ਜਿਨ੍ਹਾਂ ਨੂੰ ਕੰਮ ਚਲਾਊ ਡੰਗ ਟਪਾਊ ਕਹਿੰਦੇ। ਈਵਨ ਸਟੈਮ ਸੈੱਲਸ ਵੀ ਜਿਹੜੇ ਨੇ ਨਾ, ਉਹ ਸਟੈਮ ਸੈੱਲ ਜਿਹੜੇ ਨੇ ਜੇ ਤੁਸੀਂ ਮੇਰੇ ਪਾ ਕੇ ਅਤੇ ਉਹ ਬ੍ਰੇਨ ਦੇ ਸੈੱਲਾਂ ਦੇ ਵਿੱਚ ਉਹਨਾਂ ਨੂੰ ਨਵਾਂ ਬਣਾ ਦਿੱਤਾ, ਹਾਂ ਉਹ 5-7 ਸਾਲ ਕੰਮ ਕਰਨਗੇ, 10 ਸਾਲ ਸ਼ਾਇਦ ਕੰਮ ਕਰਨਗੇ, ਪਰ ਉਹਦੇ ਦਰਮਿਆਨ ਉਹਨਾਂ ਦੀ ਵੀ ਏਜਿੰਗ ਹੋ ਜਾਏਗੀ। ਫਿਰ ਤੁਹਾਨੂੰ ਦੁਬਾਰਾ ਲੈਣੇ ਪਏਗੇ ਸਟੈਮ ਸੈੱਲ ਥੈਰੇਪੀ। ਇੰਜੀ ਬੋਨਸ ਦੇ ਮਾਮਲੇ ਵਿੱਚ ਮੇਰੇ ਕਈ ਕੁਲੀਗ ਅਸੀਂ ਕੰਮ ਕਰਦੇ ਹਾਂ ਇਕੱਠੇ ਉਹਨਾਂ ਨਾਲ ਕਿ ਜਦੋਂ ਓਸਟੀਓਪਰੋਸਿਸ ਨੂੰ ਰੋਕਣ ਲਈ ਸਟੈਮ ਸੈੱਲ ਥੈਰੇਪੀ। ਸੋ ਸਟੈਮ ਸੈੱਲਸ ਹੈ ਤੇ ਬੜੀ ਪਾਵਰਫੁਲ ਟੈਕਨੋਲੋਜੀ, ਪਰ ਹੈ ਉਹ ਕੰਮ ਚਲਾਊ ਡੰਗ ਟਪਾਊ ਟੈਂਪਰੇਰੀ।
ਜਿਹਦੇ ਕਿ ਬੜੇ ਫਾਇਦੇ ਨੇ। ਲੇਟੈਸਟ ਜਿਹੜੀ ਰਿਸਰਚ ਸਾਡੇ ਏਜਿੰਗ ਦੇ ਫੀਲਡ ਵਿੱਚ ਹੋ ਰਹੀ ਹੈ ਉਹ ਹੈਗਾ ਉਹਦਾ ਬੇਸਿਕ, ਕਿਉਂਕਿ ਆਬਜ਼ਰਵੇਸ਼ਨ ਹੋਈ ਕਿ ਸਾਡੇ ਸੈੱਲ ਵੀ ਤਾਂ ਬੁੱਢੇ ਹੋ ਰਹੇ ਨੇ ਨਾ, ਤੇ ਇੱਕ ਖਾਸ ਉਮਰ ਤੇ ਜਾ ਕੇ ਅਸੀਂ ਉਹਨਾਂ ਨੂੰ ਸੈਨੇਸੈਂਟ ਸੈੱਲ ਕਹਿੰਦੇ ਆ, ਜਿਹੜੇ ਪੂਰੇ ਬੁੱਢੇ ਹੋ ਚੁੱਕੇ ਨੇ। ਉਹ ਮਰਦੇ ਨਹੀਂ ਹੈ ਪਰ ਉਹ ਕਿਸੇ ਨਾ ਕਿਸੇ ਆਰਗਨ 'ਚ, ਸਕਿਨ ਵਿੱਚ, ਫੇਫੜਿਆਂ ਵਿੱਚ, ਲਿਵਰ 'ਚ, ਜੋੜਾਂ ਵਿੱਚ ਉਹ ਉੱਥੇ ਟਿਕੇ ਰਹਿੰਦੇ ਨੇ, ਮਰੇ ਨਹੀਂ ਹੁੰਦੇ। ਪਰ ਉਹ ਫਿਰ ਕੁਝ ਭੈੜੀਆਂ ਚੀਜ਼ਾਂ ਬਣਾਉਣੀਆਂ ਸ਼ੁਰੂ ਕਰਦੇ, ਚੀਜ਼ਾਂ ਉਹ ਬਣਾਉਂਦੇ ਨੇ ਜਿਹੜੀਆਂ ਪਹਿਲੇ ਬੜੀਆਂ ਜ਼ਰੂਰੀ ਸੀ ਪਰ ਹੁਣ ਨੁਕਸਾਨਦੇਹ ਨੇ। ਉਹਨਾਂ ਨੂੰ ਸੈਨੇਸੈਂਟ ਸੈੱਲਸ ਕਹਿੰਦੇ ਆ ਕਿ ਉਹ ਬੁੱਢੇ ਜਿਹੜੇ ਨੇ ਕਿਤੇ ਇਕੱਠੇ ਹੋ ਰਹੇ ਨੇ, ਅਤੇ ਜੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਮਾਰ ਦਿੱਤਾ ਜਾਵੇ ਜਾਂ ਰਿਮੂਵ ਕੀਤਾ ਜਾਏ ਸਿਰਫ ਬੁੱਢੇ ਸੈੱਲਾਂ ਨੂੰ, ਤੇ ਸਾਨੂੰ ਰੀਜੂਵੀਨੇਸ਼ਨ ਮਿਲ ਸਕਦੀ ਹੈ। ਬੜੇ ਐਕਸਪੈਰੀਮੈਂਟਲ ਰਿਸਰਚ ਦੇ ਵਿੱਚ ਚੂਹਿਆਂ ਵਗੈਰਾ 'ਤੇ ਬੜਾ ਅੱਛਾ ਡੇਟਾ ਆਇਆ ਕਿ ਹਾਂ ਬਈ ਕਿ ਜੇ ਤੁਸੀਂ ਸੈਨੇਸੈਂਟ ਸਿਰਫ ਉਹ ਐਸੀ ਚੀਜ਼ ਪਾਓ ਜਿਹਦੇ ਨਾਲ ਸਿਰਫ ਬੁੱਢਾ ਸੈੱਲ ਹੀ ਮਰੇ, ਜਵਾਨ ਨਾ ਮਰੇ। ਇਹ ਬਹੁਤ ਹੀ ਮੁਸ਼ਕਿਲ ਹੈ ਕਿਉਂਕਿ ਹਾਲੀ ਸਰੀਰ ਦੇ ਵਿੱਚ ਬੁੱਢੇ ਸੈੱਲ ਨੂੰ ਪਛਾਣਨ ਦੇ ਸਾਡੇ ਕੋਲ ਕੋਈ ਖਾਸ ਵਧੀਆ ਤਰੀਕੇ ਹੈ ਨਹੀਂ। ਇਸ ਅਪਰੋਚ ਨੂੰ ਕਹਿੰਦੇ ਨੇ ਸੀਨੋਲਿਟਿਕਸ ਦੀ ਅਪਰੋਚ। ਸੀਨੋ ਫਾਰ ਸੈਨੇਸੈਂਸ, ਲਿਟਿਕਸ ਮਾਰਨਾ, ਲਾਈਸਿਸ ਕਰਨਾ। ਸੈਨੇਸੈਂਟ ਸੈੱਲ ਨੂੰ ਜੇ ਬੁੱਢੇ ਸੈੱਲਾਂ ਨੂੰ ਅਸੀਂ ਮਾਰੀਏ ਤੇ ਉਹਦੇ ਨਾਲ ਉੱਥੇ ਫਿਰ ਜਿਹੜੀ ਹੈ ਉਹ ਰੀਜੂਵੀਨੇਸ਼ਨ ਜਾਂ ਰੀਗੇਨ ਹੋ ਜਾਏਗੀ ਹੈਲਥ। ਇਹਦੇ ਉੱਤੇ ਬੜੀਆਂ ਹੀ ਕੰਪਨੀਆਂ ਹੁਣ ਅੱਜ ਕੱਲ੍ਹ ਕੰਮ ਕਰ ਰਹੀਆਂ, ਬੜੇ ਬੜੇ ਕੰਪਾਊਂਡਾਂ ਦਾ ਕਲੇਮ ਵੀ ਕੀਤਾ ਜਾਂਦਾ ਹੈ, ਪਰ ਮੇਰੇ ਸਮਝ ਦੇ ਅਨੁਸਾਰ ਹਾਲੀ ਤੱਕ ਉਹ ਐਕਸਪੈਰੀਮੈਂਟਲ ਲੈਵਲਸ 'ਤੇ ਬੜੇ ਬੜੇ ਅੱਛੇ ਡੇਟਾ ਆਏ ਨੇ ਕਿ ਚੂਹਿਆਂ ਦੇ ਵਿੱਚ ਕਿਵੇਂ ਦੇਣਾ, ਪਰ ਉਹਨਾਂ ਨੂੰ ਬਿਮਾਰ ਚੂਹਿਆਂ ਨੂੰ ਕਿਵੇਂ ਠੀਕ ਕਰਨਾ। ਇੱਕ ਦੋ ਟਰਾਇਲ ਆਰਥਰਾਈਟਿਸ ਬਾਰੇ ਹਿਊਮਨ ਬੀਇੰਗਸ ਦਾ ਵੀ, ਮਨੁੱਖਾਂ ਦੇ ਉੱਤੇ ਵੀ ਹੋ ਰਹੇ ਨੇ। ਪਰ ਇਹ ਜਿਹੜੀ ਗੱਲ ਹੈ ਕਿ ਜੇ ਅਸੀਂ ਬੁੱਢੇ ਸੈੱਲਾਂ ਨੂੰ ਖਤਮ ਕਰੀ ਜਾਈਏ, ਉਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਸਾਡੇ ਸਰੀਰ 'ਚ ਅਸਲ 'ਚ ਬੁੱਢੇ ਸੈੱਲ ਇਕੱਠੇ ਬੜੇ ਘੱਟ ਹੀ ਹੁੰਦੇ ਆ। ਹਾਂਜੀ, ਕਿਸੇ ਵੀ ਆਰਗਨ ਨੂੰ ਦੇਖ ਲਓ, ਸਾਡਾ ਸਰੀਰ ਹਰ ਸਮੇਂ ਨਾ ਵੱਖ-ਵੱਖ ਸਪੀਡ 'ਤੇ ਟਰਨਓਵਰ ਹੋ ਰਿਹਾ। ਮੇਰੀ ਇਹ ਜਿਹੜੀ ਚਮੜੀ ਹੈ ਜਾਂ ਤੁਹਾਡੀ ਚਮੜੀ ਹੈ, ਸਕਿਨ ਹੈ, ਇਹ 3 ਹਫ਼ਤੇ ਤੋਂ ਵੱਧ ਪੁਰਾਣੇ ਸੈੱਲ ਨਹੀਂ ਹੈਗੇ ਇਹਦੇ 'ਚ। ਇਹ 'ਚ ਜਿਹੜਾ ਸਭ ਤੋਂ ਬੁੱਢਾ ਸੈੱਲ ਉਹ ਸਿਰਫ 3 ਹਫ਼ਤੇ ਪੁਰਾਣਾ ਹੈ। ਫਿਰ ਵੱਖ-ਵੱਖ ਏਜਸ ਵਾਲੇ ਹੋਣਗੇ, 2 ਹਫ਼ਤੇ ਵਾਲੇ, 1 ਹਫ਼ਤੇ ਵਾਲੇ, ਬਿਲਕੁਲ ਨਵੇਂ ਬਣ ਰਹੇ। ਟਰਨਓਵਰ ਟਾਈਮ ਜਿਹੜਾ ਸਾਡੀ ਸਕਿਨ ਦੇ ਸੈੱਲਾਂ ਦਾ ਹੈ ਉਹ ਸਿਰਫ 3 ਹਫ਼ਤੇ ਹੈ। ਸਾਡੇ ਜਿਹੜੇ ਖੂਨ ਦੇ ਸੈੱਲ ਨੇ, RBCs, ਵਾਈਟ ਬਲੱਡ ਸੈੱਲ, ਲਿੰਫੋਸਾਈਟ, ਉਹਨਾਂ ਦਾ ਐਵਰੇਜ ਜਿਹੜਾ ਟਰਨਓਵਰ ਟਾਈਮ ਹੈ ਉਹ 3 ਮਹੀਨੇ ਹੈ, 90 ਕੁ ਦਿਨ ਦਾ। ਹਾਂਜੀ, ਸਾਡੀ ਜਿਹੜੀ ਬੋਨਸ ਨੇ, ਹੱਡੀਆਂ ਨੇ, ਉਹਨਾਂ ਦਾ ਟਰਨਓਵਰ ਟਾਈਮ 7 ਕੁ ਸਾਲ ਗਿਣਿਆ ਜਾਂਦਾ ਹੈ। ਉਹ ਕਿਵੇਂ ਮਿਣਦੇ ਨੇ ਉਹ ਥੋੜ੍ਹੀ ਕੰਪਲੀਕੇਟਡ ਟੈਕਨੋਲੋਜੀ ਹੈਗੀ ਹੈ ਜਿਹੜੀ ਮੈਂ ਸਮਝਾ ਸਕਦਾ ਜੇ ਤੁਸੀਂ ਸਮਝਣਾ ਚਾਹੋ ਕਿ ਬਈ 7 ਕੁ ਸਾਲ ਬਾਅਦ ਸਾਡੇ ਸਰੀਰ ਦੇ ਵਿੱਚ ਸਾਡਾ ਸਾਰਾ ਜਿਹੜਾ ਸਕੈਲੇਟਲ ਸਿਸਟਮ ਹੈ, ਢਾਂਚਾ ਹੈ ਹੱਡੀਆਂ ਦਾ, ਇਹ ਬਿਲਕੁਲ ਇੱਕ ਤਰੀਕੇ ਦਾ ਨਵਾਂ ਬਣ ਗਿਆ ਹੁੰਦਾ। ਇਹੀ ਹਾਲ ਸਾਡੇ ਮਸਲਸ ਦਾ ਹੁੰਦਾ, ਉਹਨਾਂ ਦੀ ਟਰਨਓਵਰ ਵੀ ਕਈ 10, 12, 15 ਸਾਲ ਲੱਗ ਜਾਂਦੇ ਕਈ ਵਾਰੀ। ਸਿਰਫ ਕੁਝ ਦਿਮਾਗ ਦੇ ਸੈੱਲ ਹੈਗੇ ਨੇ, ਕੁਝ, ਕਿਉਂਕਿ ਦਿਮਾਗ ਦੇ ਵਿੱਚ ਵੀ ਕੋਈ 20-25 ਟਾਈਪ ਦੇ ਸੈੱਲ ਨੇ, ਉਹਨਾਂ 'ਚੋਂ 2-4 ਕਿਸਮਾਂ ਦੇ ਸੈੱਲ ਲੈਣੇ ਜਿਨ੍ਹਾਂ ਦੀ ਟਰਨਓਵਰ ਨਹੀਂ ਹੁੰਦੀ। ਉਹ ਮੇਰੇ ਬੋਡੀ ਦੇ ਵਿੱਚ ਉਨੇ ਹੀ ਬੁੱਢੇ ਨੇ ਜਿੰਨਾ ਮੇਰਾ ਜਨਮ ਤੋਂ ਲੈ ਕੇ ਹੁਣ ਤੱਕ ਦਾ ਕਰਨੋਲੋਜੀਕਲ ਬਰਥ ਸਰਟੀਫਿਕੇਟ ਦੀ ਡੇਟ ਹੈ ਕਿ ਭਈ ਮੈਂ ਹੁਣ 64 ਸਾਲ ਤੇ 11 ਮਹੀਨੇ ਤੇ ਇਹ ਉਹ ਹੋ ਚੁੱਕਾ। ਉਹ 2-4 ਕਿਸਮ ਦੇ, ਪਰ ਬਾਕੀ ਸਾਰੇ ਹੀ ਬੋਡੀ ਦੇ ਸੈੱਲ ਆਪਣੇ ਆਪ ਟਰਨਓਵਰ ਹੋ ਕੇ, ਰਿਮੂਵ ਹੋ ਕੇ ਨਵੇਂ ਬਣ ਰਹੇ ਹੁੰਦੇ ਨੇ। ਤੇ ਫਿਰ ਅਸੀਂ ਕੁਐਸਚਨ ਇਹ ਨਾ, ਫਿਰ ਬੁੱਢੇ ਕਿਵੇਂ? ਕਿਉਂਕਿ ਜਿਹੜਾ ਨਵਾਂ ਸੈੱਲ ਬਣਦਾ ਹੈ ਮੋਸਟਲੀ, ਉਹ ਜਿਵੇਂ ਨਵਾਂ ਬੱਚਾ ਬਣਦਾ ਹੈ, ਨਵਾਂ ਬੱਚਾ ਹਮੇਸ਼ਾ ਤਾਜ਼ਾ ਹੀ ਬਣਦਾ, ਬੁੱਢਾ ਤਾਂ ਨਹੀਂ ਨਾ ਜੰਮਦਾ। ਸੋ ਇਸ ਲਈ ਮੇਰੀ ਸਕਿਨ ਦੇ ਵਿੱਚ ਜੇ ਕੋਈ ਜਿਹੜਾ ਸੈੱਲ ਨਵਾਂ ਬਣਦਾ ਪਿਆ ਵੈ, ਉਹ ਕੋਈ ਬੁੱਢਾ ਨਹੀਂ ਬਣਿਆ ਹੁੰਦਾ, ਬਣਦਾ ਉਹ ਸੈੱਲ ਨਵਾਂ ਹੀ ਹੈ। ਪਰ ਫਿਰ ਉਹ ਜਿਹੜੇ ਸਿਚੁਏਸ਼ਨ 'ਚ ਜਾ ਕੇ ਉਹ ਟਿਕਦਾ, ਉਹਨੇ ਆਪਣੇ ਉਸ ਪਾਪੂਲੇਸ਼ਨ ਹੈਟਰੋਜੀਨੇਟੀ ਦਾ ਵੀ ਕੰਮ, ਕਿ ਉਸੇ ਹੀ ਚਮੜੀ ਦੇ ਉਹਨੇ ਕੀ ਟੋਟੇ ਵਿੱਚ 3 ਹਫ਼ਤੇ ਵਾਲਾ ਵੀ ਸੈੱਲ ਹੈ, 29 ਦਿਨ ਵਾਲਾ ਵੀ ਹੈਗਾ ਵੈ, ਹਾਂਜੀ 20 ਦਿਨ ਵਾਲਾ ਵੀ ਹੈ, 19 ਵਾਲਾ ਵੀ, 18 ਵਾਲਾ ਵੀ ਹੈ। ਇਹ ਮਿਕਸਚਰ ਜਿਹੜੀ ਹੈਟਰੋਜੀਨੇਟੀ ਹੈ, ਇਹੀ ਉਹੀ ਫੇਰ ਵੱਧਦੀ ਹੈ। ਅੱਗੇ ਵੀ ਗੱਲ ਆ ਚੁੱਕੀ ਹੈ ਹੈਟਰੋਜੀਨੇਟੀ ਦੀ, ਕਿ ਕਿਉਂਕਿ ਕੋਈ ਵੀ 2 ਸੈੱਲ ਇੱਕੋ ਜਿਹੇ ਨਹੀਂ ਹੁੰਦੇ। ਪਰ ਉਹਦਾ ਐਂਡ ਰਿਜ਼ਲਟ ਜਿਹੜਾ ਹੈ ਕਿ ਭਾਵੇਂ ਮੇਰੇ 'ਚ 3 ਹਫ਼ਤੇ ਤੋਂ ਵੱਧ ਬੁੱਢਾ ਕੋਈ ਚਮੜੀ ਦਾ ਸੈੱਲ ਨਹੀਂ, ਪਰ ਮੇਰੀ ਚਮੜੀ ਫੇਰ ਵੀ ਬੁੱਢੀ ਹੈ, ਝੁਰੜੀ ਆਏਗੀ। ਇਹੀ ਹਾਲ ਦਿਲ ਦਾ, ਇਹੀ ਹਾਲ ਲਿਵਰ ਦਾ। ਜਿਹੜੇ ਤੇ ਸੈੱਲ ਟਰਨਓਵਰ ਜ਼ਿਆਦਾ ਹੁੰਦੇ, ਉਹਦੇ ਵਿੱਚ ਤੇ ਬੁੱਢਾ ਸੈੱਲ ਕਦੇ ਲੱਭੇਗਾ ਹੀ ਨਹੀਂ। ਸੋ ਬੁੱਢੇ ਸੈੱਲ ਨੂੰ ਮਾਰੋ ਕਿਵੇਂ ਤੇ ਬੁੱਢੇ ਸੈੱਲ ਨੂੰ ਕੱਢੋ ਕਿਵੇਂ? ਇਹ ਬੜਾ ਵੱਡਾ ਕੁਐਸਚਨ ਹੈ। ਉਸੇ ਟੌਪਿਕ ਦੇ ਉੱਤੇ, ਸੀਨੋਲਿਟਿਕਸ ਦੇ ਉੱਤੇ, ਮੇਰੀ ਹੋਈ ਹੈਲਦੀ ਏਜਿੰਗ ਐਂਡ ਲੌਂਜਿਵਿਟੀ ਬੁੱਕ ਸੀਰੀਜ਼ ਦੇ ਵਿੱਚ ਅੱਜ ਹੀ ਛਪ ਕੇ ਆਈ ਹੈ। ਹਾਲੀ ਮੈਂ ਲੈਣ ਨਹੀਂ ਜਾ ਸਕਿਆ ਯੂਨੀਵਰਸਿਟੀ, ਕਿਉਂਕਿ ਕਰੋਨਾ ਨੇ ਸਾਨੂੰ ਬੰਦ ਕੀਤਾ ਹੋਇਆ। ਸੋ ਇਹਨਾਂ ਚੀਜ਼ਾਂ ਦਾ ਜਿਹੜਾ ਤਾਂ ਕੰਮ ਹੈ, ਇਹਦੇ ਵਿੱਚੋਂ ਇਹੀ ਹੈ ਕਿ ਨਵੀਂ ਤੋਂ ਨਵੀਂ ਟੈਕਨੋਲੋਜੀ ਤੇ ਆਏਗੀ।
ਕਈ ਵਾਰੀ ਉਹ ਜਿਹੜੀ ਪੀਸਮਿਲ ਰੈਮੇਡੀ ਆ ਉਹ ਇੱਕ ਤਰੀਕੇ ਦਾ ਕ੍ਰਾਈਸਿਸ ਸਿਚੁਏਸ਼ਨ ਹੈ। ਜਿਵੇਂ ਹੁਣ ਕਰੋਨਾ ਦੇ ਵਿੱਚ ਸਾਨੂੰ ਬੜੇ ਭਿਅੰਕਰ ਜਾਂ ਬੜੇ ਸਖਤ ਕਦਮ ਲੈਣੇ ਪੈ ਰਹੇ ਨੇ ਕਿ ਵੀ ਤੁਸੀਂ ਬੰਦ ਰਹੋ, ਘਰਾਂ ਚੋਂ ਨਾ ਨਿਕਲੋ। ਇਹ ਕਿਉਂਕਿ ਜ਼ਰੂਰੀ ਨੇ ਥੋੜਾ ਟਾਈਮ ਗੇਨ ਕਰਨ ਲਈ, ਤਾਂ ਕਿ ਕੋਈ ਦਵਾਈਆਂ ਬਣ ਜਾਣ, ਵੈਕਸੀਨ ਬਣ ਜਾਏ। ਪਰ ਇਹ ਕ੍ਰਾਈਸਿਸ ਵਾਲਾ ਜਿਹੜਾ ਸਟਾਈਲ ਹੈ ਇਹ ਨਾਰਮਲ ਲਾਈਫ 'ਚ ਨਹੀਂ ਚੱਲਦਾ। ਅਸੀਂ ਰੋਜ਼ਮर्रा ਦੇ ਉੱਤੇ ਉਹ ਜਿਹੜੇ ਦਿਲ ਨੂੰ ਨਹੀਂ ਚੇਂਜ ਕਰ ਸਕਦੇ ਕਿ ਹਰ ਸਮੇਂ ਵੱਡੇ ਹਸਪਤਾਲ ਹੋਏ ਹੋਣ। ਉਹ ਪੀਸਮਿਲ ਬੜਾ ਵਧੀਆ, ਪਰ ਉਹਨੂੰ ਫਿਰ ਜਦੋਂ ਅਸੀਂ ਅੱਗੇ ਲਗਾਉਣਾ ਹੈ ਕਿ ਨਾਰਮਲ ਅਵਸਥਾ ਦੇ ਵਿੱਚ ਸਾਡੀ ਕਿਹੜੇ ਤਰੀਕੇ ਨੇ, ਉਦੋਂ ਪੀਸਮਿਲ ਜਿਹੜੇ ਨਹੀਂ ਚੱਲਦੇ। ਹੈਲਥ ਨੂੰ ਮੇਨਟੇਨੈਂਸ ਕਰਨ ਦੇ ਲਈ, ਜਿਹਦਾ ਮੇਰਾ ਸਾਰਾ ਫੋਕਸ ਉਹਦੇ 'ਤੇ ਹੈ, ਇਲਾਜ ਨਹੀਂ ਕਰਨੇ, ਮੇਨਟੇਨ ਕਰਨੀ ਹੈ ਹੈਲਥ, ਉਹਦੇ ਲਈ ਇਹ ਪੀਸਮਿਲ ਰੈਮਡੀਜ਼ ਦੇ ਵਿੱਚ ਸੰਭਾਵਨਾਵਾਂ ਘੱਟ ਨੇ। ਚੰਗਾ ਤੇ ਫਰਕ ਤੇ ਪੈਂਦਾ ਹੈ, ਪਰ ਇਹ ਸਾਡੀ ਏਜਿੰਗ ਨੂੰ ਅਫੈਕਟ ਨਹੀਂ ਕਰਦਾ। ਤੇ ਇਸੇ ਕਰਕੇ ਉਹ ਜਿਹੜਾ ਬੋਡੀ ਐਜ਼ ਏ ਮਸ਼ੀਨ ਦਾ ਪੈਰਾਡਾਈਮ ਹੈ ਨਾ, ਉਹ ਵੀ ਨਹੀਂ ਚੱਲਦਾ, ਕਿਉਂਕਿ ਬੋਡੀ ਇਹ ਮਸ਼ੀਨ ਹੈਗੀ ਨਹੀਂ। ਮੈਟਾਫੋਰਸ ਨੂੰ ਉਹਨਾਂ ਕੀ ਲੈਣਾ ਚਾਹੀਦਾ ਜਿੱਥੋਂ ਤੱਕ ਉਹਨਾਂ ਦਾ ਕੰਮ ਚੱਲ ਰਿਹਾ ਹੋਵੇ, ਪਰ ਮਸ਼ੀਨ ਦੇ ਪਿੱਛੇ ਮਸ਼ੀਨ ਬਣਾਉਣ ਵਾਲਾ ਹੁੰਦਾ, ਜਿੰਨੇ ਸੋਚ ਕੇ ਬਣਾਈ ਹੈ ਕਿਹੜੀ ਚੀਜ਼ ਸਾਡੀ। ਅਸੀਂ ਬਣੇ ਨਹੀਂ ਹਾਂ, ਅਸੀਂ ਡਿਜ਼ਾਈਨਡ ਨਹੀਂ ਹਾਂ, ਅਸੀਂ ਕ੍ਰੀਏਟਡ ਨਹੀਂ ਹਾਂ, ਅਸੀਂ ਇਵੋਲਵਡ ਕਰੈਕਟਰ ਆ। ਉਹ ਇਵੋਲੂਸ਼ਨ ਜਿਹੜੀ ਆ ਉਹਨੇ ਬੜਾ ਹੀ ਕੁਝ ਟਰਾਈ ਕੀਤਾ ਹੁੰਦਾ, ਕੋਈ ਕੰਮ ਕਰਦਾ ਕੋਈ ਨਹੀਂ ਕਰਦਾ। ਉਹਦੇ ਲਈ ਫਿਰ ਸਾਨੂੰ ਥੋੜ੍ਹੀ ਹੋਲਿਸਟਿਕ ਤਰੀਕੇ ਨਾਲ, ਡਾਇਨੈਮਿਕ ਤਰੀਕੇ ਦੇ ਨਾਲ ਸੋਚਣਾ ਪੈਣਾ। ਸੋ ਇਹ ਪੀਸਮਿਲ ਬਾਇਓ ਮੈਡੀਸਨ ਦੀ ਗੱਲ ਅਸੀਂ ਅੱਜ ਜਿੱਥੋਂ ਤੱਕ ਪਹੁੰਚਾ ਸਕਦੇ ਸਾਂ ਉਹ ਪਹੁੰਚਾਈ ਹੈ। ਇਹਨੂੰ ਹੁਣ ਕੱਲ੍ਹ ਫਿਰ ਅੱਗੇ ਚੱਲਾਂਗੇ ਕਿ ਹੁਣ ਫਿਰ ਇਹ ਡਾਇਨੈਮਿਕ ਸਿਸਟਮ 'ਚ ਹੋਮਿਓ ਡਾਇਨੈਮਿਕਸ ਦੀ ਗੱਲ ਕਿਵੇਂ ਕਰਨੀ ਹੈ, ਇਹਨੂੰ ਹੋਰ ਕਿਵੇਂ ਚਲਾਈਏ। ਠੀਕ ਹੈ ਜੀ, ਮੇਰੇ ਖਿਆਲ 'ਚ 15 ਤੋਂ ਵੀ ਜ਼ਿਆਦਾ ਕਮੈਂਟ ਹੋ ਗਏ ਨੇ। ਤੇ ਉਹੀ ਜਾਦੂ ਫਿਰ ਹੈ ਕਿ ਤੁਸੀਂ ਖਾਲੀ ਜ਼ਿੰਦਗੀ ਦੇ ਸਫ਼ਿਆਂ ਵਿੱਚ ਜ਼ਿੰਦਗੀ ਭਰ ਸਕਦੇ ਹੋ, ਪਰ ਉਹਦੇ ਵਿੱਚ ਰੰਗ ਵੀ ਭਰਨ ਦੀ ਲੋੜ ਹੈ। ਹਾਂਜੀ, ਉਹ ਰੰਗ ਕਿਵੇਂ ਭਰਨੇ ਨੇ, ਕਿਵੇਂ ਜਿਉਣਾ ਹੈ, ਉਹਦੇ ਵਿੱਚ ਸਾਇੰਸ ਕੀ ਮਾਰਵਲਸ ਕਰ ਰਹੀ ਹੈ ਕਿ ਕੀ ਸਾਨੂੰ ਕਰਵਾ ਸਕਦੀ ਹੈ ਤੇ ਕਿਉਂ। ਕਿ ਜਿਵੇਂ ਗੱਲਾਂ ਜੇ ਕਰ ਲਈਏ ਕਿ ਐਕਸਰਸਾਈਜ਼ ਸਾਡੇ ਲਈ ਵਧੀਆ ਹੁੰਦੀ ਹੈ, ਸਾਇੰਸ ਨੇ ਫਿਰ ਇਹ ਵੀ ਦੱਸਣਾ ਕਿਉਂ ਹੁੰਦੀ ਵਧੀਆ। ਉਹ ਫਿਰ ਗੱਲਾਂ ਕੱਲ੍ਹ ਤੋਂ ਅੱਗੇ ਹੌਲੀ ਹੌਲੀ ਸ਼ੁਰੂ ਕਰਾਂਗੇ। आज की मुलाकात बस इतनी, बस ओके जी, बाय।